ਮਾਛੀਵਾੜੇ ਦੀ ਸਭ ਤੋਂ ਮਹੱਤਵਪੂਰਨ ਇਤਿਹਾਸਿਕ ਘਟਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮਾਛੀਵਾੜਾ ਆਉਣਾ ਹੈ। ਇਹ ਗੱਲ ਦਸੰਬਰ 1704 ਈਸਵੀ ਦੀ ਹੈ, ਜਦੋਂ 6-7 ਪੋਹ ਦੀ ਕਕਰਾਲੀ ਰਾਤ ਨੂੰ ਚਮਕੌਰ ਸਾਹਿਬ ਵਿਖੇ ਮੁਗਲਾਂ ਦੀ ਫੌਜ ਨਾਲ ਬਹਾਦਰੀ ਨਾਲ ਟਾਕਰਾ ਕਰਦੇ ਆਪਣੇ ਜਿਗਰ ਦੇ ਟੋਟਿਆਂ ਨੂੰ ਹੱਥੀ ਸ਼ਹਾਦਤ ਦਾ ਜਾਮ ਪਿਆ ਦਿੱਤਾ ਤੇ ਆਪਣੇ ਸਿੰਘਾਂ ਦੇ ਕਹਿਣ ਤੇ 8 ਪੋਹ ਨੂੰ ਇੱਥੇ ਮਾਛੀਵਾੜਾ ਪਹੁੰਚਦੇ ਨੇ। ਚਮਕੌਰ ਦੀ ਗੜੀ ਛੱਡਣ ਸਮੇਂ ਭਾਈ ਦਇਆ ਸਿੰਘ, ਭਾਈ ਮਾਨ ਸਿੰਘ, ਭਾਈ ਧਰਮ ਸਿੰਘ ਨਾਲ ਸਨ, ਜੋ ਗੁਰੂ ਸਾਹਿਬ ਤੋਂ ਵਿਛੜ ਗਏ ਪਰ ਮਗਰੋਂ ਮਾਛੀਵਾੜਾ ਆ ਕੇ ਗੁਰੂ ਸਾਹਿਬ ਦੇ ਨਾਲ ਮਿਲ ਗਏ। ਗੁਰੂ ਜੀ ਨੇ ਜਿਸ ਬਾਗ ਦੇ ਵਿੱਚ ਖੂਹ ਤੋਂ ਪਾਣੀ ਪੀਤਾ ਤੇ ਟਿੰਡ ਦਾ ਸਰਹਾਣਾ ਲਾ ਕੇ ਜੰਡ ਹੇਠ ਆਰਾਮ ਕੀਤਾ, ਉੱਥੇ ਅੱਜ ਕੱਲ੍ਹ ਸ਼ਾਨਦਾਰ ਗੁਰਦੁਆਰਾ ਸਾਹਿਬ ਚਰਨ ਕਮਲ ਗੁਰਦੁਆਰਾ ਸਥਿਤ ਹੈ। ਗੁਰਦੁਆਰੇ ਦੇ ਬਾਗਲੇ ਵਿੱਚ ਹੁਣ ਸਰੋਵਰ, ਲੈਕਚਰ ਹਾਲ, ਲੰਗਰ ਹਾਲ, ਰਿਹਾਇਸ਼ੀ ਕਮਰੇ, ਪ੍ਰਬੰਧਕੀ ਬਲਾਕ ਅਤੇ ਯਾਤਰੀਆਂ ਲਈ ਸਰਾਏ ਬਣਾਈ ਗਈਆਂ ਨੇ। ਦਰਸ਼ਨੀ ਦਿਉੜੀ ਦੇ ਨਾਲ ਗੁਰੂ ਸਾਹਿਬ ਸਿੰਘ ਮਾਰਗ ਵਾਲਾ ਸਤੰਭ ਬਣਾਇਆ ਗਿਆ, ਜਿਸ ਤੇ ਸ਼ਸਤਰ ਸਜਾਏ ਗਏ ਨੇ। ਗੁਰਦੁਆਰੇ ਦੇ ਨਾਲ ਹੀ ਕੌਮਾਂਤਰੀ ਸਿੱਖ ਅਜਾਇਬ ਘਰ ਬਣਾਇਆ ਹੈ। ਗੁਰਦੁਆਰਾ ਚਰਨ ਕਮਲ ਸਾਹਿਬ ਵਿਖੇ ਹਰ ਸਾਲ 22 ਤੋਂ 24 ਦਸੰਬਰ ਨੂੰ ਸਾਲਾਨਾ ਜੋੜ ਮੇਲਾ ਲੱਗਦਾ ਹੈ, ਜਿਸ ਨੂੰ ਸਿੰਘ ਸਭਾ ਵੀ ਕਿਹਾ ਜਾਂਦਾ ਹੈ। आओ दर्शन करते हैं पावन गुरुद्वारा चरण कमल साहिब दे। वाहिगुरु जी का खालसा, श्री वाहिगुरु जी की फतेह। मैं लखविंदर सिंह गिल, तुसी वेख रहे हो मिनी पॉकेट न्यूज़ चैनल। दोस्तों अज असी पहुंचे हाँ गुरुद्वारा श्री चरण कमल माछीवाड़ा साहब विखे। दोस्तों जदों गुरु गोबिंद सिंह जी ने आनंद चमकौर साहब की गड़ी छड्ड के माछीवाड़े के जंगलों के विच आए, उस वक्त जिहड़ा उन्होंने खूह तो जल छकिया, जिस खूह तो जल छकिया अते जंड के हेठां आके उन्होंने टिंड दा सराहना ला के आराम किया, वो तस्वीरां भी तुहानूं दिखावांगे अते जाणांगे इतिहास के बारे। गुरु साहब दे नाल जदों भाई दया सिंह जी, धर्म सिंह जी अते मान सिंह जी जिहड़े 5 प्यारिਆਂ ਦੇ ਵਿੱਚੋਂ 3 ਪਿਆਰੇ ਗੁਰੂ ਸਾਹਿਬ ਦੇ ਨਾਲ ਆ ਕੇ ਇੱਥੇ ਜਿਨ੍ਹਾਂ ਨੇ ਉਹ ਨਾਲ ਆਏ ਅਤੇ ਗੁਰੂ ਸਾਹਿਬ ਨੇ ਇਸ ਧਰਤੀ ਤੇ ਪਵਿੱਤਰ ਸ਼ਬਦਾਂ ਦੀ ਰਚਨਾ ਕੀਤੀ ਸੀ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਇਸ ਸ਼ਬਦ ਦੀ ਰਚਨਾ ਕੀਤੀ ਸੀ। ਤੇ ਬਾਕੀ ਜਿਹੜਾ ਇਤਿਹਾਸ ਆ ਵਿਸਤਾਰ ਦੇ ਨਾਲ ਅਸੀਂ ਜਾਣਾਂਗੇ। ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਹਾਂ ਤੇ ਸਾਡੇ ਨਾਲ ਇੱਥੇ ਦੇ ਜਿਹੜੇ ਕਥਾਵਾਚਕ ਨੇ ਇੱਕ ਸਾਹਿਬ ਸਿੰਘ ਜੀ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਇੱਥੇ ਦੇ ਇਤਿਹਾਸ ਬਾਰੇ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਇੱਥੇ ਦੇ ਇਤਿਹਾਸ ਬਾਰੇ ਜਾਣੂ ਕਰਵਾਓ। ਕਲਗੀਧਰ ਦਸ਼ਮੇਸ਼ ਪਿਤਾ ਸਰਬੰਸ ਦਾਨੀ ਸਤਿਗੁਰੂ ਪੁੱਤਰਾਂ ਦੇ ਦਾਨੀ ਦਸ਼ਮੇਸ਼ ਪਿਤਾ ਦੇ ਪਾਵਨ ਅਸਥਾਨ ਤੇ ਖੜੇ ਹਾਂ। ਇਸ ਪਾਵਨ ਅਸਥਾਨ ਦਾ ਨਾਮ ਹੈ ਗੁਰਦੁਆਰਾ ਚਰਨ ਕਮਲ ਸਾਹਿਬ ਮਾਛੀਵਾੜਾ ਸਾਹਿਬ। ਸੋ ਸੰਖੇਪ ਇਤਿਹਾਸ ਦੀ ਵਿਚਾਰ ਕਰਦੇ ਹਾਂ, ਆਓ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਉਹ ਮਹਾਨ ਦਿਨ ਹੈ ਇਸ ਅਸਥਾਨ ਤੇ, ਜਿਸ ਦਿਨ ਵਿਸ਼ਾਲ ਨਗਰ ਕੀਰਤਨ 5 ਪਿਆਰਿਆਂ ਦੀ ਜੋਗ ਅਗਵਾਈ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਏ ਗਏ ਹਨ। ਬੇਨਤੀ ਕਰਾਂ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸ਼੍ਰੀ ਅਨੰਦਪੁਰ ਸਾਹਿਬ ਦਾ ਅਸਥਾਨ ਛੱਡਣ ਦੇ ਉਪਰੰਤ ਸਰਸਾ ਕਿਨਾਰੇ ਆ ਕੇ ਸਤਿਗੁਰੂ ਜੀ ਦੇ ਪਰਿਵਾਰ ਵਿਛੜਦਾ ਹੈ। ਪਰਿਵਾਰ ਦੇ ਵਿਛੋੜੇ ਦੇ ਉਪਰੰਤ ਸਤਿਗੁਰੂ ਵੱਡੇ ਲਖਤੇ ਜਿਗਰ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਨੂੰ ਨਾਲ ਲੈ ਕੇ ਸ਼੍ਰੀ ਚਮਕੌਰ ਸਾਹਿਬ ਦੀ ਗੜੀ ਵਿੱਚ ਪੁੱਤਰਾਂ ਨੂੰ ਸ਼ਹਾਦਤਾਂ ਵਾਸਤੇ ਭੇਜਦੇ ਹਨ। 5 ਪਿਆਰਿਆਂ ਵਿੱਚੋਂ 3 ਸਿੰਘਾਂ ਨੂੰ ਭੇਜਦੇ ਹਨ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ। ਉਸ ਦੇ ਉਪਰੰਤ ਸਤਿਗੁਰੂ ਜੀ ਤਿਆਰੀ ਕਰਦੇ ਹਨ ਕਿ ਅਸੀਂ ਵੀ ਮੈਦਾਨੇ ਜੰਗ ਵਿੱਚ ਜਾਣਾ। ਤਾਂ ਗੁਰੂ ਸਵਾਰਿਓ, 5 ਪਿਆਰਿਆਂ ਨੇ ਖਾਲਸੇ ਦੇ ਰੂਪ ਵਿੱਚ ਹੋ ਕੇ ਸਤਿਗੁਰੂ ਨੂੰ ਬੇਨਤੀ ਕੀਤੀ ਹੈ ਕਿ ਤੁਹਾਡਾ ਜਿਹੜਾ ਜੀਵਨ ਹੈ, ਤੁਹਾਡੀ ਜਿਹੜੀ ਜਿੰਦ ਜਾਨ ਹੈ, ਉਹ ਸਾਡੇ ਲਈ ਇਮਾਨਤ ਹੈ। ਪਾਤਸ਼ਾਹ, ਤੁਹਾਡੀ ਅਜੇ ਪੰਥ ਨੂੰ ਲੋੜ ਹੈ। ਗੁਰੂ ਪਾਤਸ਼ਾਹ ਮਹਾਰਾਜ ਜੀ ਦਾਤਾਰ ਪਿਤਾ ਨੂੰ ਕਹਿੰਦੇ ਹਨ, ਸ਼ਹਾਦਤਾਂ ਦੇ ਜਾਮ ਅਸੀਂ ਪੀਵਾਂਗੇ, ਆਪ ਜੀ ਗੜੀ ਛੱਡ ਕੇ ਚਲੇ ਜਾਓ। ਦਸ਼ਮੇਸ਼ ਪਿਤਾ ਸਤਿਗੁਰੂ ਤਿੰਨਾਂ ਪਿਆਰ ਵਾਲਿਆਂ ਨੂੰ ਕਹਿੰਦੇ ਹਨ, ਸ਼ਹਾਦਤ ਦਾ ਜਾਮ ਮੈਂ ਵੀ ਪੀਣਾ,
ਗੁਰਦੇਵ ਪਿਤਾ ਨੂੰ ਫਿਰ ਬੇਨਤੀ ਕਰਦੇ ਹਨ ਕਿ ਆਪ ਜੀ ਦਾ ਜੀਵਨ ਤੇ ਜਿੰਦ ਜਾਨ ਇਮਾਨਤ ਹੈ। ਸਮੁੱਚੀ ਵਿਚਾਰ ਨੂੰ ਵਿਦਵਾਨ ਨੇ ਲਿਖਿਆ, ਜਦ ਗੜੀ ਵਿੱਚ ਚਮਕੌਰ ਦੇ ਜੰਗ ਹੋਇਆ ਭਾਰੀ, ਪੁੱਤ ਸ਼ਹੀਦੀ ਪਾ ਗਏ ਜਦ ਵਾਰੋ ਵਾਰੀ, ਗੁਰਾਂ ਆਪ ਮੈਦਾਨੇ ਜੰਗ ਵਿੱਚ ਜਾਣ ਦੀ ਕਰ ਲਈ ਤਿਆਰੀ, ਗੁਰੂ ਪੰਥ ਰੂਪ ਹੋ ਖਾਲਸੇ ਇਉਂ ਅਰਜ ਗੁਜ਼ਾਰੀ, ਜਿੰਦ ਜਾਨ ਹੈ ਆਪ ਦੀ ਇਮਾਨਤ ਭਾਰੀ, ਇਹਨੂੰ ਐਵੇਂ ਗਵਾਉਣ ਦੇ ਤੁਸੀਂ ਨਹੀਂ ਅਧਿਕਾਰੀ, ਚੱਲਿਆ ਪੀਰ ਹਿੰਦ ਦਾ ਗੁਰਾਂ ਤਾੜੀ ਮਾਰੀ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪਣੀ ਕਲਗੀ ਭਾਈ ਸੰਗਤ ਸਿੰਘ ਨੂੰ ਪਹਿਨਾ ਕੇ ਪੰਜਾਂ ਪਿਆਰਿਆਂ ਦਾ ਹੁਕਮ ਮੰਨ ਕੇ ਚਮਕੌਰ ਸਾਹਿਬ ਦੀ ਗੜੀ ਤੋਂ ਤਾੜੀ ਮਾਰ ਕੇ ਸਤਿਗੁਰੂ ਦੁਸ਼ਮਣ ਨੂੰ ਵੰਗਾਰ ਕੇ ਤੁਰੇ। ਐਸੇ ਦੀਨ ਦਿਆਲ ਪਾਤਸ਼ਾਹ ਸਤਿਗੁਰੂ ਜੀ ਦੇ ਨਾਲ 3 ਸਿੰਘ ਵੀ ਤੁਰੇ, ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਤਾਰੇ ਦੀ ਸੇਧ ਤੇ ਮਾਛੀਵਾੜੇ ਜਾ ਕੇ ਮਿਲਾਂਗੇ। ਗੁਰਦੁਆਰਾ ਝਾੜ ਸਾਹਿਬ ਤੋਂ ਹੁੰਦੇ ਹੋਏ ਕਲਗੀਧਰ ਦਸ਼ਮੇਸ਼ ਪਿਤਾ ਸਾਹਮਣੇ ਖੂਹ ਸਾਹਿਬ ਹੈ, ਜਿੱਥੋਂ ਸਤਿਗੁਰੂ ਨੇ ਆ ਕੇ ਜਲ ਛਕਿਆ। ਖੂਹ ਦੀ ਕੱਚੀ ਟਿੰਡ ਲੈ ਕੇ ਜਿਸ ਜੰਡ ਸਾਹਿਬ ਦਾ ਆਪਾਂ ਦਰਸ਼ਨ ਕਰ ਰਹੇ ਹਾਂ, ਔਰ ਅੱਜ ਮਹਾਨ ਸਾਲਾਨਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਇੱਥੇ ਚਰਨ ਪਾਉਣ ਦੀ ਯਾਦ ਵਿੱਚ ਮਹਾਨ ਗੁਰਮਤਿ ਸਮਾਗਮ ਚੱਲ ਰਹੇ ਹਨ। ਤਿੰਨਾਂ ਸਤਿਗੁਰਾਂ ਨੇ ਖੂਹ ਸਾਹਿਬ ਤੋਂ ਆ ਕੇ ਜਲ ਛਕਿਆ, ਟਿੰਡ ਲੈ ਕੇ ਤੇ ਇਸ ਜੰਡ ਸਾਹਿਬ ਦੇ ਹੇਠਾਂ ਆ ਕੇ ਆਰਾਮ ਕੀਤਾ। ਹੱਥ ਵਿੱਚ ਸ਼ਮਸ਼ੀਰ ਨੂੰ ਲੈ ਕੇ, ਦਿਲ ਵਿੱਚ ਪੰਥ ਦੀ ਪੀੜ ਨੂੰ ਲੈ ਕੇ, ਰੱਖ ਕੇ ਸੁੱਤਾ ਟਿੰਡ ਸਰਾਣੇ, ਦੁੱਖ ਸੁੱਖ ਸਭ ਕੁਛ ਤੇਰੇ ਭਾਣੇ, ਮੈਂ ਵਾਰ ਕੇ ਆਇਆ ਅਜੀਤ ਜੁਝਾਰ ਨੇ ਪਾਏ ਸ਼ਹੀਦੀ ਬਾਣੇ, ਮੈਂ ਵਾਰ ਕੇ ਆਇਆ ਤੇਰੇ ਭਾਣੇ। ਗੁਰੂ ਸਵਾਰਿਓ, ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਇਸ ਜੰਡ ਸਾਹਿਬ ਦੇ ਹੇਠਾਂ ਟਿੰਡ ਦਾ ਸਰਾਣਾ ਲਾ ਕੇ ਆਰਾਮ ਕੀਤਾ। ਕਦੇ ਵਿਚਾਰਾਂਗੇ ਤੇ ਪਤਾ ਲੱਗੇਗਾ ਆਪਾਂ ਨੂੰ, ਸੱਚੇ ਪਾਤਸ਼ਾਹ ਦੇ ਚਾਰੇ ਪਾਸੇ ਸੇਵਾ ਵਿੱਚ ਸੇਵਾਦਾਰ ਖੜੇ ਹੁੰਦੇ ਸਨ। ਮਖਮਲੀ ਸੇਜ ਤੇ ਸੋਹਣੇ ਪਲੰਘਾਂ ਤੇ ਕਲਗੀਧਰ ਪਾਤਸ਼ਾਹ ਬਿਰਾਜਦੇ ਸਨ, ਪਰ ਅੱਜ ਹੇਠਾਂ ਸੁੱਤੇ ਪਏ ਨੇ ਮਹਾਰਾਜ। ਔਰ ਦੀਨ ਦੁਨੀ ਦੇ ਮਾਲਕ, ਤਖਤੋ ਤਾਜਾਂ ਦੇ ਮਾਲਕ, ਸਭ ਕੁਝ ਤਿਆਗ ਕਰਕੇ ਸਭ ਕੁਝ ਦਾ ਐਸੇ ਦੀਨ ਦਿਆਲ ਪਾਤਸ਼ਾਹ ਨਵੇਕਲੇ ਪੂਰਨੇ ਪਾ ਰਹੇ ਸਨ। ਅੰਮ੍ਰਿਤ ਵੇਲੇ ਜਦੋਂ ਗੁਰਸਿੱਖ ਆ ਕੇ ਚਰਨ ਪਰਸਦੇ ਨੇ ਮਹਾਰਾਜ ਜੀ ਦੇ, ਤੇ ਗੁਰਦੇਵ ਇੱਕਦਮ ਉੱਠ ਕੇ ਆਪਣੀ ਸ਼ਮਸ਼ੀਰ ਜੋ ਪਕੜੀ ਹੋਈ ਸੀ ਸੱਜੇ ਹੱਥ ਨਾਲ ਤੇ ਖੱਬੀ ਵੱਖੀ ਹੇਠਾਂ ਕਰਕੇ ਸਰਾਣੇ ਤੇ ਟਿੰਡ ਰੱਖੀ ਸੀ ਮਹਾਰਾਜ ਨੇ, ਔਰ ਇਸ ਜੰਡ ਸਾਹਿਬ ਹੇਠਾਂ ਆਰਾਮ ਕਰ ਰਹੇ ਸਨ। ਇੱਕਦਮ ਸਤਿਗੁਰੂ ਉੱਠੇ, ਸਾਹਮਣੇ ਖਾਲਸਿਆਂ ਨੂੰ ਦੇਖਿਆ ਤੇ ਉਹਨਾਂ ਦਾ ਮਨ ਹਿਰਦਾ ਮਹਾਰਾਜ ਨੇ ਪੜ੍ਹਿਆ। ਉਹ ਮਹਿਸੂਸ ਕਰ ਰਹੇ ਸਨ ਅੱਜ ਮਹਾਰਾਜ ਜੀ ਦੇ ਪੈਰੀਂ ਜੋੜਾ ਨਹੀਂ, ਪੈਰਾਂ ਵਿੱਚ ਤਾਂ ਸੂਲਾਂ ਚੁੱਭੀਆਂ ਨੇ, ਖੂਨ ਸਿਮ ਰਿਹਾ। ਮਹਿਸੂਸ ਕਰ ਰਹੇ ਸਨ। ਗੁਰਦੇਵ ਪਿਤਾ ਨੇ ਫਿਰ ਆਪਣੇ ਅੰਦਰ ਦੀ ਚੜ੍ਹਦੀ ਕਲਾ ਨੂੰ ਪ੍ਰਗਟ ਕਰਨ ਵਾਸਤੇ ਇਹ ਸ਼ਬਦ ਉਚਾਰਨ ਕੀਤਾ, ਖਿਆਲ ਪਾਤਸ਼ਾਹੀ ਦਸਵੀਂ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਜਾਰੜੇ ਦਾ ਸਾਨੂੰ ਸਥਰ ਚੰਗਾ, ਭੱਟ ਖੇੜਿਆਂ ਦਾ ਰਹਿਣਾ। ਇਹ ਬਾਗ ਸੀ ਭਾਈ ਪੰਜਾਬੇ ਤੇ ਗੁਲਾਬੇ ਮਸੰਦ ਸਿੱਖਾਂ ਦਾ। ਉਹ ਸਤਿਕਾਰ ਨਾਲ ਮਹਾਰਾਜ ਜੀ ਨੂੰ ਇੱਥੋਂ ਫਿਰ ਲੈਣ ਵਾਸਤੇ ਆਏ। ਗੁਰਦੇਵ ਨੇ ਕਿਹਾ ਹੁਣੇ ਨਹੀਂ ਜਾਵਾਂਗੇ, ਸ਼ਾਮ ਨੂੰ ਨਿਤਨੇਮ ਇਸ ਖੂਹ ਸਾਹਿਬ ਤੇ ਕਰਨ ਤੋਂ ਬਾਅਦ ਫਿਰ ਪਾਤਸ਼ਾਹ ਗਏ। ਗੁਰੂ ਸਵਾਰਿਓ, ਸਾਰਾ ਦਿਨ ਮਹਾਰਾਜ ਇੱਥੇ ਰਹੇ। ਭਾਈ ਪੰਜਾਬੇ ਤੇ ਗੁਲਾਬੇ ਨੇ ਦੁੱਧ ਲਿਆ ਕੇ ਮਹਾਰਾਜ ਜੀ ਨੂੰ ਛਕਾਇਆ ਔਰ ਅਣਥੱਕ ਸੇਵਾ ਕੀਤੀ। ਫਿਰ ਆਪਣੇ ਚੁਬਾਰੇ ਵਿੱਚ ਜਿੱਥੇ ਉਹਨਾਂ ਦਾ ਘਰ ਸੀ ਉੱਥੇ ਮਹਾਰਾਜ ਜੀ ਦੇ ਚਰਨ ਪਵਾਏ, ਜਿੱਥੇ ਮੱਟ ਸਾਹਿਬ ਅੱਜ ਵੀ ਗੁਰੂ ਮਹਾਰਾਜ ਜੀ ਨੇ ਜਿਸ ਵਿੱਚ ਬਸਤਰ ਰੰਗੇ ਸਨ ਨਿਸ਼ਾਨੀ ਪਈ ਹੋਈ ਹੈ। ਕਿੱਥੇ, ਕਿਹੜੀ ਜਗ੍ਹਾ ਪਈ ਹੈ ਜੀ ਉਹ ਨਿਸ਼ਾਨੀ ਜੀ? ਗੁਰਦੁਆਰਾ ਚੁਬਾਰਾ ਸਾਹਿਬ। ਠੀਕ ਹੈ। ਇਹ ਹੈ ਭਾਈ ਗੁਲਾਬੇ ਤੇ ਭਾਈ ਪੰਜਾਬੇ ਦਾ ਘਰ। ਇੱਥੇ ਸਤਿਗੁਰੂ ਜੀ ਦੀ ਤਿਨਾਂ ਨੇ ਬੜੀ ਸੇਵਾ ਕੀਤੀ। ਚੁਬਾਰਾ ਸਾਹਿਬ ਹੀ ਫਿਰ ਮਹਾਰਾਜ ਜੀ ਨੇ ਭਾਈ ਨਿਹਾਲੇ ਖੱਤਰੀ ਨੂੰ ਤੇ ਉਸ ਦੀ ਬਜ਼ੁਰਗ ਮਾਂ ਨੂੰ, ਮਾਤਾ ਹਰਦਈ ਨੂੰ ਬੁਲਾਇਆ ਕਿ ਬਸਤਰ ਲੈ ਕੇ ਜਿਵੇਂ ਆਨੰਦਪੁਰ ਸਾਹਿਬ ਪਹੁੰਚਦੇ ਸਨ, ਇੱਥੇ ਆ ਕੇ ਉਹ ਆਪਣੀ ਭਾਵਨਾ ਪੂਰੀ ਕਰ ਲੈਣ। ਜਦੋਂ ਉਹਨਾਂ ਨੇ ਬਸਤਰ ਭੇਟ ਕੀਤੇ ਤੇ ਕੁਝ ਸਮੇਂ ਤੋਂ ਬਾਅਦ ਫਿਰ ਭਾਈ ਨਿਹਾਲੇ ਖੱਤਰੀ ਦੀ ਮਾਤਾ
ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਨੇ ਆਪਣਾ ਜਨਮ ਸਫਲਾ ਕਰ ਲਿਆ ਸੇਵਾ ਕਰਕੇ। ਜਿਹੜੀ ਮਾਤਾ ਗੁਰਦਈ ਜੀ ਸੀਗੇ ਜੀ, ਜਿਸ ਤਰ੍ਹਾਂ ਕਿ ਵਿਦਵਾਨ ਕਹਿੰਦੇ ਨੇ ਕਿ ਜਿਹੜੀ ਮਾਤਾ ਗੁਰਦਈ ਜੀ ਸੀਗੇ ਉਹਨਾਂ ਦਾ ਪਹਿਲਾਂ ਤੋਂ ਹੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧ ਸੀ, ਕਿਉਂਕਿ ਉਹਨਾਂ ਦਾ ਇੱਥੇ ਹੀ ਮਿਤਿਆ ਹੋਇਆ ਸੀਗਾ ਵੀ ਚਮਕੌਰ ਸਾਹਿਬ ਤੋਂ ਬਾਅਦ ਮਾਛੀਵਾੜਾ ਸਾਹਿਬ ਜਾਣਾ ਜਾਂ ਕਿਤੇ ਹੋਰ ਵੀ ਜਾ ਸਕਦੇ ਸੀਗੇ ਜੀ ਉਹ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਅੰਤਰਜਾਮੀ ਵਿਧਾਤਾ ਆਪ ਹੀ ਜਾਣਦੇ ਸਨ। ਇਹ ਪਿਆਰ ਮੁਹੱਬਤ ਸੀ। ਜਿਵੇਂ ਭਾਈ ਗਨੀ ਖਾਂ ਤੇ ਨਬੀ ਖਾਂ ਇਹ ਪਾਤਰ ਇਹ ਘੋੜਿਆਂ ਦੇ ਵਪਾਰੀ ਸਨ, ਆਨੰਦਪੁਰ ਸਾਹਿਬ ਅਕਸਰ ਜਾਂਦੇ ਸਨ। ਗੁਰੂ ਮਹਾਰਾਜ ਦਾ ਇਹਨਾਂ ਨਾਲ ਵੀ ਪਿਆਰ ਸੀ, ਪੰਜਾਬੇ ਗੁਲਾਬੇ ਨਾਲ ਵੀ ਪਿਆਰ ਸੀ, ਕਿਉਂਕਿ ਮਸੰਦ ਸਿੱਖ ਸਨ। ਇਸੇ ਪ੍ਰਕਾਰ ਮਾਤਾ ਹਰਦਈ ਆਨੰਦਪੁਰ ਸਾਹਿਬ ਬਸਤਰ ਲੈ ਕੇ ਜਾਂਦੇ ਸਨ। ਤੇ ਕੁਝ ਇਤਿਹਾਸਕਾਰਾਂ ਨੇ ਇੱਦਾਂ ਲਿਖਿਆ ਕਿ ਪਹਿਲਾਂ ਗੁਰੂ ਪਾਤਸ਼ਾਹ ਸ਼੍ਰੀ ਚਮਕੌਰ ਸਾਹਿਬ ਵਿਖੇ ਆਏ ਸਨ, ਉੱਥੇ ਵੀ ਮਾਤਾ ਹਰਦਈ ਨੇ ਬਸਤਰ ਭੇਟ ਕੀਤੇ ਸਨ। ਔਰ ਜਦੋਂ ਇੱਥੇ ਆਏ ਫਿਰ ਇੱਥੇ ਮਹਾਰਾਜ ਨੇ ਆਪ ਬੁਲਾਇਆ, ਕਿਉਂਕਿ ਉਹਨਾਂ ਵੱਲੋਂ ਬਸਤਰ ਤਿਆਰ ਕੀਤੇ ਪਏ ਸਨ। ਉਸ ਤੋਂ ਬਾਅਦ ਫਿਰ ਉਹਨਾਂ ਦੇ ਜੀਵਨ ਦੀ ਜਿਹੜੀ ਹੈ ਜੀਵਨ ਬਹੁਤਾ ਲੰਮਾ ਨਹੀਂ ਸੀ, ਇਸ ਕਰਕੇ ਮਹਾਰਾਜ ਜੀ ਨੇ ਆਪ ਬੁਲਾ ਲਿਆ। ਚੁਬਾਰਾ ਸਾਹਿਬ ਤੋਂ ਹੀ ਭਾਈ ਗਨੀ ਖਾਂ ਭਾਈ ਨਬੀ ਖਾਂ ਸਤਿਕਾਰ ਨਾਲ ਮਹਾਰਾਜ ਜੀ ਨੂੰ ਆਪਣੇ ਘਰ ਲੈ ਗਏ। ਉਹਨਾਂ ਨੇ ਪਨਾਹ ਦਿੱਤੀ। ਗੁਰੂ ਸਵਾਰਿਓ, ਇੱਕ ਪਾਸੇ ਸਰਕਾਰ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪਕੜਨ ਵਾਸਤੇ ਸਮੇਂ ਦੇ ਔਰੰਗਜ਼ੇਬ ਬਾਦਸ਼ਾਹ ਵੱਲੋਂ ਹੁਕਮ ਸੀ, ਜਾਂ ਮੈਦਾਨੇ ਜੰਗ ਵਿੱਚ ਹਰਾ ਦੇਣਾ, ਜਾਂ ਮੈਦਾਨੇ ਜੰਗ ਵਿੱਚ ਮਾਰ ਦੇਣਾ, ਜਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕੈਦ ਕਰ ਲੈਣਾ। ਪਰ ਤਿੰਨੇ ਗੱਲਾਂ ਨਾ ਵਾਪਰ ਸਕੀਆਂ। ਭਾਈ ਗਨੀ ਖਾਂ ਨਬੀ ਖਾਂ ਨੇ ਆਪਣੇ ਘਰ ਕਲਗੀਧਰ ਪਾਤਸ਼ਾਹ ਨੂੰ ਪਨਾਹ ਦਿੱਤੀ, ਬੜੀ ਸੇਵਾ ਕੀਤੀ। ਜਦੋਂ ਪਹਿਰੇ ਸਖਤ ਹੋ ਗਏ ਉਸ ਸਮੇਂ ਫਿਰ ਬੇਨਤੀ ਕੀਤੀ, ਮਹਾਰਾਜ ਤੁਸੀਂ ਸਾਡੇ ਉੱਚ ਦੇ ਪੀਰ ਬਣੋ। ਇਹ ਬੇਨਤੀ ਗਨੀ ਖਾਂ ਤੇ ਨਬੀ ਖਾਂ ਨੇ ਕੀਤੀ ਹੈ ਤਾਂ ਕਿ ਤੁਹਾਨੂੰ ਅਸੀਂ ਅਗਲੇ ਸਫ਼ਰ ਵਿੱਚ ਲੈ ਕੇ ਚੱਲੀਏ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਇਹ ਚੋਜ ਵਰਤਾਇਆ ਔਰ ਮਾਤਾ ਜੀ ਵੱਲੋਂ ਭੇਟ ਕੀਤੇ ਹੋਏ ਬਸਤਰ ਰੰਗੇ ਗਏ ਤੇ ਉਹ ਨੀਲੇ ਬਸਤਰ ਪਹਿਨ ਕੇ ਸਤਿਗੁਰੂ ਜੀ ਸੋਹਣੇ ਪਲੰਘੇ ਤੇ ਬਿਰਾਜਮਾਨ ਹੋ ਕੇ ਮਾਛੀਵਾੜਾ ਸਾਹਿਬ ਤੋਂ ਅੱਗੇ ਰਵਾਨਾ ਹੋਏ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿੱਥੇ ਗੁਰਦੁਆਰਾ ਕਿਰਪਾਨ ਭੇਟ ਹੈ ਉੱਥੇ ਸ਼ਨਾਖਤ ਹੋਈ, ਸਵਾਰੀ ਰੋਕੀ ਗਈ। ਦਿਲਾਵਰ ਖਾਂ ਥਾਣੇਦਾਰ ਨੇ ਪੁੱਛਿਆ ਕੌਣ ਨੇ? ਗਨੀ ਖਾਂ ਨੇ ਕਿਹਾ ਇਹ ਸਾਡੇ ਉੱਚ ਦੇ ਪੀਰ ਨੇ। ਫਿਰ ਨੂਰਪੁਰ ਦੇ ਕਾਜੀ ਨੂੰ ਗੁਰੂ ਸਵਾਰਿਓ ਬੁਲਾਇਆ ਗਿਆ। ਉਸਨੇ ਸ਼ਨਾਖਤ ਦੇ ਦਿੱਤੀ ਕਿ ਇਹ ਸਾਡੇ ਪੀਰਾਂ ਦੇ ਪੀਰ ਉੱਚ ਦੇ ਪੀਰ ਹਨ, ਇਹਨਾਂ ਨੂੰ ਅਗਲੇ ਸਫ਼ਰ ਵਿੱਚ ਜਾਣ ਦਿੱਤਾ ਜਾਵੇ। ਦਿਲਾਵਰ ਖਾਂ ਨੂੰ ਕਿਹਾ ਤੂੰ ਕੋਈ ਸ਼ਰਾਪ ਨਾ ਲੈ ਲਵੀਂ ਕਿਤੇ। ਉਸਨੇ ਖਿਮਾ ਮੰਗੀ ਮਹਾਰਾਜ ਦੇ ਚਰਨਾਂ ਵਿੱਚ। 500 ਮੋਹਰਾਂ ਰੱਖ ਕੇ ਉਹਨੇ ਵੀ ਦਰਸ਼ਨ ਦੀਦਾਰ ਕਰਕੇ ਨਿਹਾਲ ਹੋਇਆ ਔਰ ਖਿਮਾ ਮੰਗੀ ਰਵਾਨਾ ਕੀਤਾ, ਅੱਗੇ ਤੋਰਨ ਵਾਸਤੇ ਗਏ। ਇਹ 4 ਅਸਥਾਨ ਨੇ ਗੁਰੂ ਸਵਾਰਿਓ। ਅੱਜ ਮਹਾਨ ਸਾਲਾਨਾ ਜੋੜ ਮੇਲ ਦਾ ਆਖਰੀ ਦਿਨ ਹੈ। ਨਗਰ ਕੀਰਤਨ ਸਜਾਏ ਗਏ ਹਨ। ਆਪ ਦੇਖ ਰਹੇ ਹੋ ਲੱਖਾਂ ਦੀ ਗਿਣਤੀ ਵਿੱਚ ਜਿਹੜੀ ਸੰਗਤ ਹੈ ਦੇਸ਼ਾਂ ਵਿਦੇਸ਼ਾਂ ਤੋਂ ਆ ਕੇ ਇੱਥੇ ਨਤਮਸਤਕ ਹੁੰਦੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪੁੱਤਰ ਧੀਆਂ ਬਣੀਏ, ਅੰਮ੍ਰਿਤ ਛਕੀਏ, ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕਰੀਏ। ਸਮੂਹ ਚੈਨਲ ਵਾਲੇ ਵੀਰਾਂ ਦਾ ਵੀ ਧੰਨਵਾਦ ਹੈ ਜੋ ਗੁਰੂ ਦੀਆਂ ਬਾਤਾਂ, ਗੁਰੂ ਦੇ ਅੰਮ੍ਰਿਤ ਬਚਨ ਸੰਗਤ ਤੱਕ ਪਹੁੰਚਾਉਂਦੇ ਹਨ। ਇੱਥੇ ਸਮਾਪਤੀ ਤੋਂ ਪਹਿਲਾਂ ਬੇਨਤੀ ਕਰਦੇ ਹਾਂ, ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਹੁਕਮਨਾਮਾ ਦਿੱਤਾ ਹੈ ਪਿਆਰੇ ਭਾਈ ਗਨੀ ਖਾਂ ਨਬੀ ਖਾਂ ਨੂੰ, ਉਹਦੇ ਬੋਲ ਬੜੇ ਮਿੱਠੇ ਨੇ। ਇੱਕ ਵਾਰੀ ਦਰਸ਼ਕਾਂ ਨੂੰ ਜ਼ਰੂਰ ਸੁਣਾਓ ਜੀ ਫਿਰ। ਹਾਂਜੀ, ਆਪਾਂ ਸਾਂਝ ਕਰ ਸਕਦੇ ਹਾਂ ਔਰ ਬਹੁਤ ਪਿਆਰੇ ਕਲਗੀਧਰ ਪਾਤਸ਼ਾਹ ਦੇ ਬੋਲ ਨੇ। ਕਿੰਨਾ ਰਿਝਾ ਲਿਆ ਉਹਨਾਂ ਨੇ ਸੇਵਾ ਕਰਕੇ ਮਹਾਰਾਜ ਨੂੰ, ਕਿੰਨਾ ਪ੍ਰਸੰਨ ਕਰ ਲਿਆ। ਕਿਉਂਕਿ ਸਤਿਗੁਰੂ ਕਹਿੰਦੇ ਨੇ ਜਦੋਂ ਆਲਮਗੀਰ ਸਾਹਿਬ ਸਵਾਰੀ ਲੈ ਕੇ ਪਹੁੰਚਦੇ ਨੇ, ਪਲੰਘੇ ਤੇ ਬੈਠੇ ਮਹਾਰਾਜ, ਉੱਥੇ ਭਾਈ ਨਗਾਈਆ ਜੀ ਘੋੜਾ ਭੇਟ ਕਰਦੇ ਨੇ। ਅਗਲਾ ਸਫ਼ਰ ਘੋੜੇ ਤੇ ਸਵਾਰ ਹੋ ਕੇ ਜਾਂਦੇ ਨੇ ਮਹਾਰਾਜ। ਪਰ ਗੁਰੂ ਸਵਾਰਿਓ, ਗੁਰਦੇਵ ਕਹਿੰਦੇ ਕੁਝ ਮੰਗੋ। ਭਾਈ ਗਨੀ ਖਾਂ ਭਾਈ ਨਬੀ ਖਾਂ ਕਹਿੰਦੇ ਮਹਾਰਾਜ ਸਭ ਕੁਝ ਤੁਹਾਡਾ ਦਿੱਤਾ ਹੋਇਆ। ਫਿਰ ਗੁਰਦੇਵ ਨੇ ਕਲਮ ਨਾਲ ਉਹਨਾਂ ਨੂੰ ਹੁਕਮਨਾਮਾ ਲਿਖ ਕੇ ਦਿੱਤਾ। ਹੁਕਮਨਾਮੇ ਦੇ ਬੋਲ ਨੇ, ਇੱਕ ਓੰਕਾਰ ਵਾਹਿਗੁਰੂ ਜੀ ਕੀ ਆਗਿਆ ਹੈ। गनी खां नबी खां ये जो हैं सो मेरे फरजंदा से बैज हैं, मेरे काम आए हैं। इनकी खिदमत अंदर जो रजू रहेग सो निहाल होग, उस ऊपर मेरा हाथ होग, उस ऊपर मेरी खुशी होग। ये जो हैं सो मेरे हैं, जो इनकी सेवा करेगा सो मेरी करेगा। कलगीधर पातशाह ने
ਇਹ ਬਚਨ ਦਿੱਤੇ, ਉਹਨਾਂ ਨੂੰ ਝੋਲੀ ਪਾਏ ਔਰ ਬੜੇ ਚੜ੍ਹਦੀ ਕਲਾ ਨਾਲ ਉਹਨਾਂ ਨੇ ਵੀ ਆਪਣਾ ਜਨਮ ਤੇ ਜੀਵਨ ਸਫਲਾ ਕੀਤਾ। ਅੱਜ ਉਹਨਾਂ ਦੇ ਨਾਮ ਤੇ ਹੀ ਗੁਰਦੁਆਰਾ ਗਨੀ ਖਾਂ ਨਬੀ ਖਾਂ ਹੈ। ਬਾਹਰ ਉਹਨਾਂ ਦੀਆਂ ਕਬਰਾਂ ਹਨ, ਸਰੀਰ ਹਨ। ਅੰਦਰ ਕਲਗੀਧਰ ਪਾਤਸ਼ਾਹ ਜਿਵੇਂ ਅੱਜ ਵੀ ਘਰ ਦੇ ਵਿੱਚ ਆਰਾਮ ਕਰ ਰਹੇ ਹੋਣ। ਇਹ ਨਵੇਕਲਾ ਚੋਜ ਹੈ ਕਲਗੀਧਰ ਪਾਤਸ਼ਾਹ ਦਾ। ਆਓ ਚੋਜੀ ਪ੍ਰੀਤਮ ਸਤਿਗੁਰੂ ਕਲਗੀਧਰ ਪਾਤਸ਼ਾਹ ਦੀ ਦਿੱਤੀ ਹੋਈ ਸਿੱਖੀ ਸਿਦਕ ਭਰੋਸੇ ਨਾਲ ਜੁੜੀਏ। ਔਰ ਕਲਗੀਧਰ ਪਾਤਸ਼ਾਹ ਨੇ ਆਪਣੇ ਜੀਵਨ ਵਿੱਚ ਇੱਕ ਚੋਜ ਹੋਰ ਵਰਤਾਇਆ ਕਿ ਸਾਰੀ ਬਾਣੀ ਦਮਦਮਾ ਸਾਹਿਬ ਵਿਖੇ ਬੈਠ ਕੇ ਆਪ ਭਾਈ ਮਨੀ ਸਿੰਘ ਜੀ ਦੇ ਪਾਸੋਂ ਲਿਖਵਾਈ ਹੈ। ਭਗਤਾਂ ਦੀ ਬਾਣੀ, ਭੱਟਾਂ ਦੀ ਬਾਣੀ, ਗੁਰਸਿੱਖਾਂ ਦੀ, 6 ਗੁਰੂ ਸਾਹਿਬਾਨਾਂ ਦੀ ਸਮੁੱਚੀ ਜਿਹੜੀ ਬਾਣੀ ਹੈ ਆਪ ਰਸਨਾ ਤੋਂ ਕਲਗੀਧਰ ਪਾਤਸ਼ਾਹ ਨੇ ਉਚਾਰੀ ਹੈ। ਫਿਰ ਨਾਦੇੜ ਜਾ ਕੇ ਸਾਨੂੰ ਸਾਰਿਆਂ ਨੂੰ ਹੁਕਮ ਕੀਤਾ ਹੈ, ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੋ ਆਓ ਬਾਣੀ ਤੇ ਬਾਣੇ ਦੇ ਧਾਰਨੀ ਹੋਈਏ, ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ। ਇੱਕ ਮੈਂ ਜਾਂਦੇ ਜਾਂਦੇ ਤੁਸੀਂ ਨੇ ਗੁਰਬਾਣੀ ਦੀ ਗੱਲ ਕਰੀ ਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰੀ। ਅੱਜ ਕੱਲ੍ਹ ਬੇਅਦਬੀ ਦਾ ਬਹੁਤ ਦੌਰ ਚੱਲ ਰਿਹਾ ਜੀ, ਇਸ ਨੂੰ ਕਿੱਦਾਂ ਵੇਖਦੇ ਹੋ ਤੁਸੀਂ? ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜੋ ਸ਼ਬਦ ਗੁਰੂ ਹਨ, ਪੂਰੇ ਗੁਰੂ ਹਨ, ਸੰਪੂਰਨ ਹਨ। ਗੁਰੂ ਸਵਾਰਿਓ, ਸ਼ਬਦ ਦੀ ਕਦੇ ਬੇਅਦਬੀ ਨਹੀਂ ਹੋ ਸਕਦੀ, ਸ਼ਬਦ ਕਦੇ ਟੁੱਟ ਨਹੀਂ ਸਕਦਾ, ਸ਼ਬਦ ਤਰੋੜਿਆ ਮਰੋੜਿਆ ਨਹੀਂ ਜਾ ਸਕਦਾ, ਸ਼ਬਦ ਨੂੰ ਝੂਠਾ ਨਹੀਂ ਪਾਇਆ ਜਾ ਸਕਦਾ। ਜਿਹੜਾ ਸ਼ਬਦ ਹੈ ਉਸ ਦੀ ਸ਼ਖਸੀਅਤ ਉੱਚੀ ਹੈ, ਉਸ ਦੀ ਮਹਾਨਤਾ ਹਮੇਸ਼ਾ ਲਈ ਬਣੀ ਰਹਿੰਦੀ ਹੈ। ਇਹ ਜਿਹੜੇ ਲੋਕ ਸੋਚ ਭਿੱਟ ਲਿਆ ਕੇ ਆਪਣੀ ਮਨਮਰਜ਼ੀ ਕਰਨਾ ਚਾਹੁੰਦੇ ਹਨ, ਇਹਨਾਂ ਸਭਨਾਂ ਦੇ ਮਨ ਹਿਰਦੇ ਦੇ ਵਿੱਚ ਇੱਕ ਹੀ ਗੱਲ ਹੈ ਕਿ ਇਹਨਾਂ ਸਿੱਖਾਂ ਦੇ ਹਿਰਦਿਆਂ ਨੂੰ ਬਲੂੰਦਰਿਆ ਜਾਏ ਜਾਂ ਇਹਨਾਂ ਨੂੰ ਖਿਝਾਇਆ ਜਾਏ। ਅੱਜ ਲੋੜ ਹੈ ਸ਼ਾਂਤ ਰਹਿਣ ਦੀ। ਗੁਰੂ ਮਹਾਰਾਜ ਆਪ ਸ਼ਾਂਤ ਰਹਿ ਕੇ ਧਰਮ ਰੱਖਿਅਕ ਬਣ ਕੇ ਸ਼ਹਾਦਤਾਂ ਸਾਡੇ ਵਾਸਤੇ ਦੇ ਕੇ ਗਏ। ਔਰ ਦੋ ਹੀ ਪੱਖ ਨੇ ਸ਼ਹਾਦਤਾਂ ਦੇ, 2 ਸਾਹਿਬਜ਼ਾਦੇ, ਛੋਟੇ ਸਾਹਿਬਜ਼ਾਦੇ ਕਲਗੀਧਰ ਪਾਤਸ਼ਾਹ ਦੇ ਸ਼ਾਂਤ ਰਹਿ ਕੇ ਸ਼ਹਾਦਤ ਦਿੰਦੇ ਨੇ। ਗੁਰੂ ਤੇਗ ਬਹਾਦਰ ਸ਼ਾਂਤ ਰਹਿ ਕੇ ਸ਼ਹਾਦਤ ਦਿੰਦੇ ਨੇ ਧਰਮ ਲਈ। ਗੁਰੂ ਅਰਜਨ ਦੇਵ ਪਾਤਸ਼ਾਹ ਵੀ ਸ਼ਾਂਤ ਰਹਿ ਕੇ ਸ਼ਹਾਦਤ ਦਿੰਦੇ ਨੇ। ਸੋ ਗੁਰੂ ਸਵਾਰਿਓ, ਜਿਹੜੇ ਬੇਅਦਬੀ ਕਰਨ ਵਾਲੇ ਹਨ ਉਹਨਾਂ ਨੂੰ ਇਹ ਬੇਨਤੀ ਕਰਾਂਗਾ, ਇਹ ਗ੍ਰੰਥ ਪੜ੍ਹਨ ਤੇ ਸਮਝਣ ਵਾਸਤੇ ਹੈ। ਬਾਣੀ ਜੀਵਨ ਦਾ ਆਧਾਰ ਹੈ, ਨਾ ਪਾੜਨ ਵਾਸਤੇ ਹੈ, ਨਾ ਸਾੜਨ ਵਾਸਤੇ ਹੈ। ਨਾ ਕੋਈ ਸਾੜ ਸਕਦਾ, ਨਾ ਪਾੜ ਸਕਦਾ, ਨਾ ਤੋੜ ਸਕਦਾ। ਸ਼ਬਦ ਆਪਣੇ ਆਪ ਵਿੱਚ ਅਮਰ ਹੈ, ਸਦੀਵ ਹੈ। ਇਸ ਵਾਸਤੇ ਇਹ ਬੇਅਦਬੀ ਕਰਨ ਵਾਲੇ ਤਾਂ ਕੇਵਲ ਖਿਝਾਉਂਦੇ ਹਨ। ਸਾਨੂੰ ਖਿਝਣਾ ਨਹੀਂ ਚਾਹੀਦਾ, ਸਾਨੂੰ ਆਪਣੇ ਸਿਧਾਂਤ 'ਤੇ ਅਟੱਲ ਰਹਿਣਾ ਚਾਹੀਦਾ। ਨੌਜਵਾਨਾਂ ਨੂੰ ਵੀ ਜੋਸ਼ ਵਿੱਚ ਨਹੀਂ, ਬੜੇ ਹੋਸ਼ ਤੋਂ ਕੰਮ ਲੈ ਕੇ ਇਹਨਾਂ ਆਉਣ ਵਾਲੇ ਜਿਤਨੇ ਵੀ ਨਿੰਦਕ ਹਨ ਜਾਂ ਇੱਦਾਂ ਬੇਅਦਬੀ ਕਰਨ ਵਾਲੇ ਹਨ, ਉਹਨਾਂ ਨਾਲ ਇੱਦਾਂ ਦਾ ਸਰੋਕਾਰ ਕਰੋ ਕਿ ਉਹਨਾਂ ਸਭਨਾਂ ਨੂੰ ਇਹੋ ਜਿਹਾ ਢੰਗ ਨਾਲ ਸਮਝਾਈਏ ਕਿ ਆਉਣ ਵਾਲੇ ਸਮੇਂ ਵਿੱਚ ਵੀ ਕੋਈ ਵੀ ਬੇਅਦਬੀ ਨਾ ਕਰੇ, ਕੋਈ ਵੀ ਇੱਦਾਂ ਦਾ ਕਦਮ ਨਾ ਉਠਾਵੇ। ਸੋ ਮੈਂ ਫਿਰ ਬੇਨਤੀ ਕਰ ਰਿਹਾ, ਸ਼ਬਦ ਦੀ ਬੇਅਦਬੀ ਕਦੇ ਨਹੀਂ ਹੋ ਸਕਦੀ। ਸ਼ਬਦ ਅਮਰ ਹੈ, ਸ਼ਬਦ ਸਦੀਵੀ ਹੈ, ਇਹ ਜੁਗੋ ਜੁਗ ਅਟੱਲ ਬਾਣੀ ਹੈ। ਗੁਰੂ ਨਾਨਕ ਪਾਤਸ਼ਾਹ ਨੇ ਆਪ ਕਿਹਾ ਸੀ, ਹਿੰਦੁਸਤਾਨ ਸੰਭਾਲ ਸੀ ਬੋਲਾ। ਪੂਰਾ ਹਿੰਦੁਸਤਾਨ ਮੇਰੇ ਬੋਲਾਂ ਨੂੰ, ਮੇਰੇ ਬਚਨਾਂ ਨੂੰ ਸੰਭਾਲੇਗਾ। ਜਿਹੜੇ ਬਚਨ ਅਸੀਂ ਬਾਣੀ ਦੁਆਰਾ ਦਿੱਤੇ ਨੇ, ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨਾ ਕਬਹੂ ਡੋਲੇ। ਇੱਕ ਬੇਨਤੀ ਹੋਰ ਕਰਦੇ ਹਾਂ ਖਿਮਾ ਮੰਗਣ ਤੋਂ ਪਹਿਲਾਂ, ਇਹ ਸਰਬ ਸਾਂਝੀ ਬਾਣੀ ਹੈ। ਇਸ ਵਿੱਚ ਸਾਰੇ ਜਾਤ ਬਿਰਾਦਰੀਆਂ ਦੇ, ਮਜ਼ਹਬਾਂ ਦੇ ਭਗਤਾਂ ਦੀ ਬਾਣੀ ਨੂੰ ਇਸੇ ਕਰਕੇ ਦਰਜ ਕੀਤਾ ਹੈ। ਇਹ ਮਨੁੱਖਤਾ ਦੀ ਤਸਵੀਰ ਹੈ। ਇੱਥੋਂ ਅਸੀਂ ਮਨੁੱਖਤਾ ਦੇ ਸਿਧਾਂਤ ਸਿੱਖਣੇ ਨੇ, ਇਹਦੇ ਵਿੱਚੋਂ ਅਸੀਂ ਗੁਣ ਲੈਣੇ ਨੇ, ਚੰਗਿਆਈਆਂ ਲੈਣੀਆਂ ਨੇ, ਆਪਣਾ ਜੀਵਨ ਸੁਚੱਜਾ ਬਣਾਉਣਾ ਹੈ। ਔਰ ਗੁਰੂ ਸਾਹਿਬਾਨਾਂ ਨੇ ਸਾਂਝੀ ਵਾਲਤਾ ਕਰਕੇ 4 ਦਰਵਾਜ਼ੇ ਰੱਖ ਕੇ ਸਾਰਿਆਂ ਨੂੰ ਆਵਾਜ਼ ਦਿੱਤੀ, ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ 4 ਵਰਨਾ ਕੋ ਸਾਂਝਾ। ਵਿਚਾਰ ਦੌਰਾਨ ਕੋਈ ਭੁੱਲ ਹੋ ਗਈ ਹੋਵੇ ਤੇ ਖਿਮਾ ਮੰਗ ਰਿਹਾ ਹਾਂ, ਇੱਥੇ ਹੀ ਖਿਮਾ ਕਰ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੁਰਦੁਆਰਾ ਸ਼੍ਰੀ ਚਰਨ ਕਮਲ ਸਾਹਿਬ ਦੇ ਵਿੱਚ ਜਿਹੜਾ ਇਤਿਹਾਸਕ ਖੂਹ ਹੈ, ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆ ਕੇ ਜਲ ਛਕਿਆ ਸੀ, ਉਸ ਖੂਹ ਦੀਆਂ ਤੁਹਾਨੂੰ ਇੱਕ ਵਾਰ ਤਸਵੀਰਾਂ ਦਿਖਾਉਂਦੇ ਆ। ਕੈਮਰਾਮੈਨ ਨੂੰ ਕਹੂੰਗਾ ਕਰੀਬ ਤੋਂ ਤਸਵੀਰਾਂ ਦਿਖਾਈਆਂ ਜਾਣ। ਇਹ ਇਤਿਹਾਸਕ ਖੂਹ ਹੈ ਸਾਧ ਸੰਗਤ ਜੀਓ, ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ 7-8 ਪੋਹ ਦੀ ਰਾਤ ਨੂੰ ਮਾਛੀਵਾੜੇ ਦੇ ਜੰਗਲਾਂ, ਸੰਘਣੇ ਜੰਗਲਾਂ ਵਿੱਚੋਂ ਹੋ ਕੇ ਇਸ ਖੂਹ ਤੇ ਪਹੁੰਚੇ। ਗੁਰੂ ਜੀ ਨੇ ਇਸ ਖੂਹ ਤੋਂ ਜਲ ਛਕਿਆ ਅਤੇ ਇੱਥੋਂ ਚੜ੍ਹਦੇ ਵੱਲ ਕਰੀਬ 100 ਗਜ ਦੀ ਦੂਰੀ ਤੇ ਜੰਡ ਥੱਲੇ, ਜੋ ਕਿ ਜੰਡ ਦਾ ਦਰਖਤ ਹੈ, ਜੰਡ ਥੱਲੇ ਜਾ ਕੇ ਆਰਾਮ ਕੀਤਾ। ਇਸ ਖੂਹ ਤੇ ਹੀ ਗੁਰੂ ਜੀ ਨੇ ਸਿੰਘਾਂ ਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਅਤੇ ਨਿਤਨੇਮ ਕਰਨ ਦਾ ਹੁਕਮ ਦਿੱਤਾ। ਉਹ ਇਹੀ ਖੂਹ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆ ਕੇ ਜਲ ਛਕਿਆ ਸੀ ਅਤੇ ਸਿੱਖ ਸੰਗਤਾਂ ਨੂੰ ਸਵੇਰੇ ਉੱਠ ਕੇ ਇਸ ਦੇ ਨਤਮਸਤਕ ਅਤੇ ਨਿਤਨੇਮ ਕਰਨ ਦਾ ਹੁਕਮ ਦਿੱਤਾ ਸੀ। ਤੇ ਇਸ ਤੋਂ 100 ਗਜ ਦੀ ਦੂਰੀ ਤੇ ਜੰਡ ਸਾਹਿਬ, ਜੰਡ ਜਿਹੜਾ ਦਰਖਤ ਹੈ, ਜਿਸ ਦੇ ਥੱਲੇ ਗੁਰੂ ਸਾਹਿਬ ਨੇ ਟਿੰਡ ਦਾ ਸਰਾਣਾ ਲਾ ਕੇ ਆਰਾਮ ਕੀਤਾ ਸੀ। ਸੋ ਦੋਸਤੋ, ਹੁਣ ਤੁਹਾਨੂੰ ਉਸ ਜੰਡ ਦੇ ਦਰਖਤ ਦੇ ਦਰਸ਼ਨ ਕਰਵਾ ਰਹੇ ਹਾਂ ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆ ਕੇ ਟਿੰਡ ਦਾ ਸਰਾਣਾ ਲਾ ਕੇ ਉਸ ਜੰਡ ਦੇ ਥੱਲੇ ਵਿਸ਼ਰਾਮ ਕੀਤਾ ਸੀ, ਆਰਾਮ ਕੀਤਾ ਸੀਗਾ। ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਇਸ ਜੰਡ ਦੀਆਂ ਤਸਵੀਰਾਂ ਦਿਖਾਈਆਂ ਜਾਣ ਕਰੀਬ ਤੋਂ। ਜਿਹੜਾ ਤੁਸੀਂ ਇਸ ਜੰਡ ਦਾ ਦਰਖਤ ਦੇਖ ਰਹੇ ਹੋ, ਇੱਥੇ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਆਂ ਵਾਲੇ ਆ ਕੇ ਇਸ ਦਰਖਤ ਦੇ ਥੱਲੇ ਉਹਨਾਂ ਨੇ ਟਿੰਡ ਦਾ ਸਰਾਣਾ ਲਾ ਕੇ ਆਰਾਮ ਕੀਤਾ ਸੀ ਅਤੇ ਉਸ ਸ਼ਬਦ ਦੀ ਰਚਨਾ ਕੀਤੀ ਸੀ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਜਦੋਂ ਸ਼੍ਰੀ ਗੁਰੂ ਗੋਬਿੰਦ ਜੀ ਚਮਕੌਰ ਦੀ ਗੜੀ 'ਚੋਂ ਆਏ, ਸਾਰਾ ਕੁਝ ਨਿਸ਼ਾਵਰ ਕਰਕੇ ਆਪਣੇ ਸਿੰਘ ਸਿੰਘਣੀਆਂ, ਵੱਡੇ ਸਾਹਿਬਜ਼ਾਦੇ, ਸਾਰਾ ਕੁਝ ਜਦੋਂ ਨਿਸ਼ਾਵਰ ਹੋ ਗਿਆ ਸੀ, ਸਾਰਿਆਂ ਨੇ ਸ਼ਹੀਦੀ ਦਾ ਜਾਮ ਪੀ ਲਿਆ ਸੀ, ਉਸ ਸਮੇਂ ਇਸ ਜੰਡ ਦੇ ਥੱਲੇ ਬਹਿ ਕੇ ਵੀ ਉਹਨਾਂ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਇਸ ਜੰਡ ਦੇ ਦਰਖਤ ਥੱਲੇ ਗੁਰੂ ਸਾਹਿਬ ਨੇ ਆ ਕੇ ਉਸ ਪਾਵਨ ਪਵਿੱਤਰ ਸ਼ਬਦ ਦੀ ਰਚਨਾ ਕੀਤੀ ਸੀ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜ਼ਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ। ਸੋ ਇੱਕ ਵਾਰ ਫਿਰ ਇਸ ਜੰਡ ਦੀਆਂ ਤਸਵੀਰਾਂ ਦਿਖਾਈਆਂ ਜਾਣ। ਸੋ ਦੋਸਤੋ, ਗੁਰੂ ਸਾਹਿਬ ਨੇ ਸਾਰਾ ਕੁਝ ਵਾਰ ਕੇ ਆਪਣਾ ਉਸ ਪਰਮਾਤਮਾ ਦੇ ਨਾਲ ਕੋਈ ਨਾਰਾਜ਼ਗੀ ਨਹੀਂ ਸੀ ਜਤਾਈ। ਉਸ ਅਕਾਲ ਪੁਰਖ ਦੇ ਭਾਣੇ ਨੂੰ ਮੰਨ ਕੇ ਉਹਨਾਂ ਨੇ ਇਹ ਕਿਹਾ ਸੀ ਕਿ ਤੁਧ ਬਿਨ ਰੋਗ ਰਜ਼ਾਈਆਂ ਦਾ ਓਢਣ, ਵੀ ਯਾਨੀ ਕਿ ਤੇਰੇ ਬਿਨਾ ਤਾਂ ਅਗਰ ਅਸੀਂ ਰਜ਼ਾਈਆਂ ਵੀ ਓਢ ਲਈਏ ਤਾਂ ਵੀ ਜਿਹੜਾ ਸਰੀਰ ਹੈ ਇਹ ਰੋਗਾਂ ਦਾ ਘਰ ਬਣ ਜਾਵੇਗਾ, ਅਸੀਂ ਰੋਗੀ ਹੋ ਜਾਵਾਂਗੇ। ਲੇਕਿਨ ਉਹਨਾਂ ਨੇ ਪਰਮਾਤਮਾ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ।